ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਪਿਆਰੇ ਭਾਈ ਹਿੰਮਤ ਸਿੰਘ ਜੀ, ਤਿਨਾਂ ਦੇ ਬੇਨਤੀ ਕਰਨ ਤੇ ਹਜ਼ੂਰ ਜੋ ਗੁਰੂ ਘਰ ਦੇ ਸ਼ਹੀਦ ਨੇ ਉਹਨਾਂ ਦੀ ਮਹਿਮਾ ਆਪਣੀ ਰਸਨਾ ਤੋਂ ਬਿਆਨ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ, ਕਹਿਣ ਲੱਗੇ ਜਿਹੜੇ ਸ਼ਹੀਦ ਹੁੰਦੇ ਨੇ ਦੁਨੀਆ ਦੇ ਅੰਦਰ, ਭਾਵੇਂ ਕੋਈ ਵੀ ਹੋਵੇ, ਦੇਵਤੇ, ਪਸ਼ੂ, ਪੰਛੀ, ਨਗ, ਨਾਗ, ਇੱਥੋਂ ਤੱਕ ਧਰਮਰਾਜ ਤੇ ਉਸ ਦੇ ਦੂਤ, ਇਹ ਸਾਰੇ ਹੀ ਉਹਨਾਂ ਦੇ ਅਧੀਨ, ਉਹਨਾਂ ਦੀ ਆਗਿਆ ਵਿੱਚ ਹਨ। ਸ਼ਹੀਦ ਸਿੰਘਾਂ ਦੀ ਤਾਕਤ ਦੇ ਬਰਾਬਰ ਕਹਿੰਦੇ ਹੋਰ ਕੋਈ ਤਾਕਤ ਨਹੀਂ ਹੈ। ਇਹ ਆਪਣੇ ਸੂਖਸ਼ਮ ਸਰੀਰ ਵਿੱਚ, ਅਦ੍ਰਿਸ਼ਟ ਸਰੀਰ ਵਿੱਚ ਰਹਿੰਦਿਆਂ ਜਿੱਥੇ ਜਿੱਥੇ ਕੋਈ ਭਾਵਨਾ ਨਾਲ, ਪਿਆਰ ਨਾਲ ਇਹਨਾਂ ਨੂੰ ਯਾਦ ਕਰਦਾ ਹੈ, ਉੱਥੇ ਉੱਥੇ ਇਹ ਵੀ ਪ੍ਰਗਟ ਹੁੰਦੇ ਨੇ। ਕਿਉਂਕਿ ਸਤਿਗੁਰੂ ਤਾਂ ਸਮਰੱਥ ਹੈ ਹੀ ਨੇ। ਯਾਦ ਰੱਖਿਓ, ਗੁਰੂ ਨੇ ਆਪਣੇ ਪਿਆਰਿਆਂ ਨੂੰ ਵੀ ਬਹੁਤ ਸਮਰੱਥਾ ਬਖਸ਼ੀ ਹੈ, ਪਰ ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦੇ ਜੀਵਨ ਦਾ ਇੱਕ ਬਹੁਤ ਵੱਡਾ ਗੁਣ ਹੁੰਦਾ ਹੈ, ਉਹ ਆਪਣੇ ਜੀਵਨ ਨੂੰ, ਆਪਣੀ ਤਾਕਤ ਨੂੰ ਸਦਾ ਹੀ ਗੁਰੂ ਪਰਮੇਸ਼ਵਰ ਦੇ ਭਾਣੇ ਵਿੱਚ ਹੀ ਰੱਖਦੇ ਨੇ, ਹੁਕਮ ਵਿੱਚ ਰੱਖਦੇ ਨੇ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ, ਜੋ ਸ਼ਹੀਦ ਸਿੰਘਾਂ ਦੀ ਸਮਰੱਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਦੱਸ ਰਹੇ ਨੇ, ਜੋ ਕਵੀ ਜੀ ਨੇ ਆਪਣੀ ਕਲਮ ਨਾਲ ਅੰਕਿਤ ਕੀਤੀ ਹੈ ਜਾਂ ਕਲਮਬੰਦ ਕੀਤੇ ਨੇ ਉਹ ਬਚਨ, ਉਹਨਾਂ ਦੀ ਵਿਚਾਰ ਆਪਾਂ ਸਾਰਿਆਂ ਨੇ ਹੁਣ ਰਲ ਮਿਲ ਕੇ ਕਰਨੀ ਹੈ। ਇੱਕ ਬੇਨਤੀ ਮੈਂ ਵਿਚਾਰ ਤੋਂ ਪਹਿਲਾਂ ਜ਼ਰੂਰ ਆਪ ਜੀ ਦੇ ਚਰਨਾਂ 'ਚ ਕਰਾਂਗਾ। ਥੋੜਾ ਜਿਹਾ ਆਪ ਜੀ ਬੱਚਿਆਂ ਦੇ ਰੌਲੇ ਦਾ ਸੰਕੋਚ ਰੱਖਿਓ, ਕਿਉਂਕਿ ਜਿਹੜਾ ਕੀਰਤਨ ਹੁੰਦਾ ਹੈ, ਕੀਰਤਨ ਵਿੱਚ ਫਿਰ ਵੀ ਸਾਜ਼ਾਂ ਦੀ ਧੁਨ ਹੁੰਦੀ ਹੈ ਤੇ ਥੋੜਾ ਜਿਹਾ ਘੱਟ ਮਹਿਸੂਸ ਹੁੰਦਾ ਹੈ। ਵੈਸੇ ਤਾਂ ਗੁਰੂ ਜਸ ਚੱਲਦਿਆਂ ਕਦੀ ਰੌਲਾ ਜਾਂ ਗੱਲ ਚਲਾਉਣੀ ਨਹੀਂ ਚਾਹੀਦੀ। ਇਹ ਗੁਰੂ ਸਾਹਿਬ ਜੀ ਨੇ ਉਹਨੂੰ ਬਹੁਤ ਵੱਡਾ ਤਨਖਾਹੀਆ ਕਿਹਾ, ਉਹਨੂੰ ਦੋਸ਼ੀ ਕਿਹਾ, ਜੇ ਕੋਈ ਗੁਰੂ ਜਸ ਚੱਲਦਿਆਂ ਸਤ ਸੰਗਤ ਵਿੱਚ ਬੈਠਿਆਂ ਕੋਈ ਰੌਲਾ ਕਿਸੇ ਤਰ੍ਹਾਂ ਦਾ ਸ਼ੋਰ ਕਰਦਾ। ਗੁਰੂ ਕੇ ਸਵਾਰਿਓ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ, ਕਹਿੰਦੇ ਆ ਜਿੰਨਿਆਂ ਦੇ ਨਾਮ ਪਹਿਲਾਂ ਬਿਆਨ ਕਵੀ ਜੀ ਨੇ ਕੀਤੇ ਨੇ, ਜਿਤਨੀਆਂ ਵੀ ਇਸ ਸੰਸਾਰ 'ਚ ਤਾਕਤਾਂ ਨੇ, ਇਹ ਸਾਰੀਆਂ ਸ਼ਹੀਦਾਂ ਦੇ ਅਧੀਨ ਹਨ। ਲੋਕ ਕਹੈ ਬੈਤਾਲ ਇਨ੍ਹ ਲੱਖ ਭੇਦ ਉਧਾਰੇ। ਗੁਰੂ ਕੇ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਇਹ ਜਿਹੜੇ ਸ਼ਹੀਦ ਸਿੰਘ ਨੇ ਨਾ, ਇਹਨਾਂ ਦਾ ਪ੍ਰਭਾਵ, ਇਹਨਾਂ ਨੂੰ ਜੇ ਕੋਈ ਯਾਦ ਕਰਦਾ ਹੈ, ਇਹਨਾਂ ਦਾ ਕੋਈ ਧਿਆਨ ਧਰਦਾ ਹੈ, ਕਹਿੰਦੇ ਉਹਦੇ ਕੋਲ ਵੀ ਇਹ ਵਰਤਦੇ ਹਨ। ਸ਼ਾਸਤਰਾਂ ਕੋ ਪਠੈ ਜੋ ਸੋ ਇਨਕੇ ਨਾਮੂ। ਕਹਿਣ ਲੱਗੇ ਜਿਹੜੇ ਸ਼ਾਸਤਰਾਂ, ਗ੍ਰੰਥਾਂ ਦਾ ਪਾਠ ਕਰਦੇ ਨੇ, ਜਿਵੇਂ ਆਪਾਂ ਗ੍ਰੰਥ ਪੜ੍ਹਨੇ ਆ, ਕਹਿੰਦੇ ਬਹੁਤ ਬਹੁਤ ਵਿਦਿਆਧਾਰ ਜਿਹੜੇ ਗੁਣੀ ਗਿਆਨੀ ਨੇ, ਉਹ ਵੀ ਇਹਨਾਂ ਨੂੰ ਧਿਆਉਂਦੇ ਹਨ। ਵਿਦਿਆ ਧਰ ਭਾਖਤ ਸਕਲ ਬਿਲਸਤ ਅਬਰਾਮੂ। ਕਹਿੰਦੇ ਜਿਹੜੇ ਵੱਡੇ ਵੱਡੇ ਦੇਵਤੇ ਨੇ, ਵਿਦਿਆਧਾਰ ਨੇ, ਕਹਿੰਦੇ ਉਹ ਵੀ ਮਾਨੋ ਸ਼ਹੀਦ ਸਿੰਘਾਂ ਦੀ ਉਸਤਤੀ ਤੇ ਪ੍ਰਸੰਨ ਹੁੰਦੇ ਹਨ। ਲਖ ਹੋ ਅਸ਼ੁਭ ਭੀ ਇਨਹੋਂ ਮੈਂ ਸ਼ੁਭ ਅਹੈ ਕਨੇਰੇ। ਗੁਰੂ ਕੇ ਸਵਾਰਿਓ, ਹੁਣ ਇੱਥੇ ਥੋੜਾ ਜਿਹਾ ਧਿਆਨ ਦਿਆ ਜੇ। ਕਵੀ ਜੀ ਨੇ ਆਖਿਆ ਲੱਖੋ ਅਸ਼ੁਭ ਪੀ ਇਨੋ ਮੈਂ ਸ਼ੁਭ ਅਹੈ ਕਨੇਰੇ। ਹੁਣ ਇਹਦੇ ਅਰਥ ਇਹ ਨਹੀਂ ਕਰਨੇ ਕਿ ਇਹਨਾਂ ਵਿੱਚ ਵੀ ਬੜੇ ਅਸ਼ੁਭ ਨੇ। ਕਵੀ ਜੀ ਨੇ ਆਖਿਆ, ਕਹਿਣ ਲੱਗੇ ਜਿਹੜੇ ਸ਼ਹੀਦ ਸਿੰਘ ਨੇ, ਹੁਣ ਇਹਨਾਂ ਵਿੱਚ ਵੀ ਸਭ ਦੀਆਂ ਅਲੱਗ-ਅਲੱਗ ਅਵਸਥਾਵਾਂ ਨੇ। ਹੁਣ ਜਿਵੇਂ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਕਿੰਨੀਆਂ ਸ਼ਹੀਦਾਂ ਦੇ ਸਿਰਤਾਜ। ਜਿਹੜਾ ਸ਼ਹੀਦ ਅੱਖਰ ਹੈ, ਵੈਸੇ ਅਰਬੀ ਭਾਸ਼ਾ ਦਾ ਅੱਖਰ ਹੈ, ਜਿਹੜਾ ਪਹਿਲਾਂ ਸ਼ਬਦ ਚੱਲਦਾ ਸੀ ਗੁਰੂ ਅਰਜੁਨ ਦੇਵ ਮਹਾਰਾਜ ਤੋਂ ਪਹਿਲਾਂ, ਇੱਕ ਸ਼ਬਦ ਕੁਰਬਾਨੀ ਜਾਂ ਬਲੀਦਾਨ ਵਰਤਿਆ ਜਾਂਦਾ ਸੀ। ਫਿਰ ਮਹਾਰਾਜ ਜੀ ਤੋਂ ਬਾਅਦ ਇਹ ਸ਼ਬਦ ਜਿਹੜਾ ਹੈ ਸ਼ਹੀਦ ਪ੍ਰਚਲਿਤ ਹੋਇਆ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਜੀ, ਤਿੰਨਾਂ ਦੀਆਂ ਵਾਰਾਂ ਦੇ ਵਿੱਚ ਵੀ ਇਹ ਜਿਹੜਾ ਸ਼ਬਦ ਹੈ ਇਹ ਵਰਤਿਆ ਗਿਆ।
ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਇਹ ਭਾਈ ਗੁਰਦਾਸ ਸਾਹਿਬ ਜੀ ਦਾ ਸ਼ਬਦ ਹੈ। ਹੁਣ ਇਹਨਾਂ ਦੀਆਂ ਵੀ ਅਵਸਥਾਵਾਂ ਨੇ। ਜਿਸ ਤਰ੍ਹਾਂ ਸੰਸਾਰ 'ਚ ਜਿਉਂਦਿਆਂ ਹਰੇਕ ਦੀ ਆਪੋ ਆਪਣੀ ਅਵਸਥਾ ਹੈ। ਕੋਈ ਬ੍ਰਹਮ ਗਿਆਨ ਦੀ ਅਵਸਥਾ ਤੱਕ ਹੈ, ਕਿਸੇ ਦਾ ਅਜੇ ਛੋਟੀ ਕਲਾਸ ਹੈ, ਕੋਈ ਉਸ ਤੋਂ ਛੋਟੀ ਕਲਾਸ ਦਾ। ਹੁਣ ਸਤਿਗੁਰੂ ਵੀ ਸ਼ਹੀਦ ਨੇ, ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਨੇ। 5 ਪਿਆਰਿਆਂ ਚੋਂ 2 ਪਿਆਰੇ ਜਿਹੜੇ ਨੇ 3 ਉਹ ਵੀ ਸ਼ਹੀਦ ਨੇ। ਫਿਰ ਕਿੰਨੇ ਅਵਸਥਾ ਵਾਲੇ ਸਿੰਘ ਤੇ ਕੁਝ ਸਿੰਘ ਜਿਹੜੇ ਜੰਗ ਯੁੱਧ ਵਿੱਚ ਜਿਹੜੇ ਨੇਮੀ ਸਨ, ਪ੍ਰੇਮੀ ਸਨ, ਪਰ ਉਹਨਾਂ ਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਲ ਨਹੀਂ ਉਹਨਾਂ ਦੇ ਪਿਆਰੇ। ਹੁਣ ਜੰਗ ਵਿੱਚ ਲੜਨ ਵਾਲੇ ਆਮ ਸਿੱਖ ਵੀ ਸ਼ਹੀਦ ਨੇ। ਹੁਣ ਅਵਸਥਾ ਤਾਂ ਆਪੋ ਆਪਣੀ ਹੈ ਨਾ। ਕਹਿੰਦੇ ਇਹਨਾਂ ਦੀਆਂ ਆਪਣੀਆਂ ਅਵਸਥਾਵਾਂ ਹਨ। ਹੈ ਸੁਭਾਵ ਤ੍ਰੈ ਬਿਦਨ ਗੁਣ ਸਤ ਰਜ ਤਮ ਕੇਰੇ। ਕਹਿਣ ਲੱਗੇ ਹੁਣ ਜਿਵੇਂ ਆਮ ਕਰਕੇ ਤੁਸੀਂ ਵੇਖੋ, ਅਸੀਂ 3 ਗੁਣਾਂ ਦੇ ਅਧੀਨ ਜਿਉਂਦੇ ਆ। 3 ਗੁਣ ਨੇ, ਰਜੋ, ਤਮੋ ਤੇ ਸਤੋ। ਰਜੋ ਗੁਣ ਤੋਂ ਭਾਵ ਰਾਜਸੀ ਬਿਰਤੀ ਦਾ ਹੋਣਾ, ਤਮੋ ਤੋਂ ਭਾਵ ਤਮਾਂ ਦਾ ਅੰਦਰ ਜਿਉਣਾ, ਤੇ ਸਤੋ ਤੋਂ ਭਾਵ ਜਿਹੜੀ 7 ਗੁਣ। ਵੈਸੇ ਗੁਰਮਤ ਨੇ ਇਹਨਾਂ ਤਿੰਨਾਂ ਤੋਂ ਅੱਗੇ ਜਿਹੜਾ ਚੌਥਾ ਪਦ ਹੈ ਉਹਨੂੰ ਮੰਨਿਆ ਗਿਆ। ਇਹ 3 ਗੁਣਾਂ ਤੋਂ ਵੀ ਸਿੱਖ ਜਿਹੜਾ ਹੈ ਉੱਪਰ ਉੱਠਦਾ, ਜਿਹੜਾ ਰਜੋ, ਤਮੋ ਤੇ ਸਤੋ। ਹੁਣ ਰਜੋ ਤੋਂ ਭਾਵ ਹੈ ਕਈ ਬੰਦਿਆਂ ਦੀ ਸੁਭਾਅ ਵਿੱਚ ਤੁਹਾਨੂੰ ਰਾਜਸੀ ਬਿਰਤੀ ਮਿਲੇਗੀ। ਉਹਨਾਂ ਦਾ ਹੁੰਦਾ ਵੀ ਅਸੀਂ ਬਾਹਰ ਨਿਕਲੀਏ, 2-4 ਬੰਦੇ ਸਲਾਮ ਕਰਨ ਵਾਲੇ ਹੋਣ, 5-4 ਪਿੱਛੇ ਤੁਰਨ ਵਾਲੇ ਹੋਣ। ਤੇ ਜੇ ਰਜੋ ਬਿਰਤੀ ਦੀ ਪ੍ਰਧਾਨਤਾ ਵੇਖਣੀ ਹੋਵੇ, ਅੱਜ ਪੰਜਾਬ 'ਚ ਨਿਗਾਹ ਮਾਰ ਲਓ। ਉੱਥੇ ਵੈਸੇ ਇੰਨਾ ਸਾਡੇ ਆਗੂ ਘਵਾਉਣ ਵਾਲਿਆਂ ਨੇ ਇੰਨਾ ਬੇੜਾ ਗਰਕ ਕੀਤਾ। ਛੋਟੇ ਬੱਚਿਆਂ ਨੂੰ ਪਵਾ ਕੇ ਚਿੱਟੇ ਕੁੜਤੇ ਪਜਾਮੇ ਤੇ ਉਹਨਾਂ ਨੇ ਸਾਰਿਆਂ ਨੂੰ ਐਵੇਂ ਨਕਲੀ ਜਿਹੇ ਲੀਡਰ ਬਣਾ ਛੱਡਿਆ। ਉਹ ਨਾ ਵਿਚਾਰੇ ਘਰਦੇ ਨੇ ਨਾ ਘਾਟਦੇ ਨੇ। ਰਜੋ ਬਿਰਤੀ ਬੰਦੇ 'ਚ ਭਾਰੀ ਹੈ। ਉਹ ਚਾਹੁੰਦਾ ਮੈਂ ਜਿੱਥੇ ਜਾਵਾਂ ਮੇਰਾ ਬੋਲ ਬਾਲਾ ਹੋਵੇ। ਇੱਕ ਹੈ ਤਮੋ ਗੁਣ। ਤਮੋ ਗੁਣ ਤੋਂ ਭਾਵ ਮੈਂ ਥੋੜੀ ਜਿਹੀ ਸੰਖੇਪ ਜੀ ਵਿਆਖਿਆ ਕਰ ਰਿਹਾ, ਕਿਉਂਕਿ ਪ੍ਰਸੰਗ ਆਪਣਾ 2 ਦਿਨਾਂ ਤੋਂ ਕਾਫੀ ਅਜੇ ਇਹ ਲੰਬਾ ਪ੍ਰਸੰਗ ਪਿਆ ਹੈ। ਤਮੋ ਤੋਂ ਭਾਵ ਹੈ ਤਮਾਂ ਦੇ ਅਧੀਨ ਜਿਉਣਾ, ਭੁੱਖ ਦੇ ਅਧੀਨ ਜਿਉਣਾ। ਹਰੇਕ ਬੰਦੇ 'ਚ ਕੋਈ ਨਾ ਕੋਈ ਤਮਾ ਹੁੰਦੀ ਹੈ। ਇੱਥੋਂ ਤੱਕ ਵਡਿਆਈ ਵੀ ਤਮਾ ਹੈ। ਇੱਕ ਅਸੀਂ ਬਚਨ ਸਤਿਗੁਰੂ ਦਾ ਪੜ੍ਹਨੇ ਆ ਨਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹੁਣ ਭੁੱਖਾਂ ਤੇ ਤਮਾ। ਹੁਣ ਤਮਾ ਕੀ ਹੈ? ਮੈਂ ਆਪਣੇ ਤੋਂ ਹੀ ਸ਼ੁਰੂ ਹੋ ਜਾਵਾਂ। ਕਈ ਵਾਰੀ ਅਸੀਂ ਸਟੇਜ ਤੇ ਕਥਾ ਕੀਰਤਨ ਕਰਨ ਵਾਲੇ, ਬੋਲਣ ਵਾਲੇ, ਪਾਠ ਕਰਨ ਵਾਲੇ, ਹੁਣ ਇਹ ਨਹੀਂ ਕਿ ਤਮਾ ਬਿਰਤੀ ਚੋਂ ਮੈਂ ਬਾਹਰ ਆ, ਮੈਂ ਵੀ ਵੇਚੀ ਹਾਂ। ਹੁਣ ਮੈਂ ਉੱਠਾਂ ਤੇ ਮੇਰੇ ਮਨ 'ਚ ਆਉਣਾ ਵੀ ਮੈਨੂੰ 2-4 ਸਰੀਰ ਇਹ ਗੱਲ ਕਹਿਣ ਕਿ ਭਾਈ ਸਾਹਿਬ ਬਹੁਤ ਸੋਹਣੀ ਕਥਾ ਕੀਤੀ, ਬੜੀ ਤੁਸੀਂ ਗਿਆਨ ਹੈ, ਬੜਾ ਆਪਣੀ ਉਸਤਤ ਸੁਣਨ ਦੀ ਤਮਾ ਜਿਹੜੀ ਹੈ, ਆਪਣੀ ਸਿਫਤ ਸੁਣਨ ਦੀ ਤਮਾ। ਹਾਲਾਂਕਿ ਗੁਰਮਤ ਵਿੱਚ ਇਹ ਵੀ ਪ੍ਰਵਾਨ ਨਹੀਂ ਹੈ। ਗੁਰੂ ਸਾਹਿਬ ਨੇ ਤੇ ਇਦੋਂ ਬਹੁਤ ਉੱਤੇ ਚੱਕਿਆ। ਉੱਥੇ ਤਾਂ ਉਸਤਤ ਨਿੰਦਾ ਦੋ ਤਿਆਗੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਕਹੀ। ਹੁਣ ਇੱਕ ਬਿਰਤੀ ਇਹ ਵੀ ਹੈ, ਇਹ ਵੀ ਤਮਾ ਹੈ ਕਿ ਲੋਕ ਮੈਨੂੰ ਚੰਗਾ ਆਖਣ। ਪਰ ਗੁਰੂ ਸਾਹਿਬ ਦੀ ਜੇ ਬਾਣੀ ਦੀ ਮੈਂ ਨਾਲ ਰੌਸ਼ਨੀ ਦੇ ਦਿਆਂ, ਸਤਿਗੁਰੂ ਕਹਿੰਦੇ ਲੋਕਾਂ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਕਹਿੰਦੇ ਤੂੰ ਮਰ ਵੀ ਜਾ, ਮਰ ਕੇ ਖਾਕ ਹੋ ਜਾ, ਲੋਕਾਂ ਤਾਂ ਵੀ ਨਹੀਂ ਸਲਾਉਣਾ। ਦੁਨੀਆ 'ਚ ਜੇ ਅੱਜ ਤੱਕ ਪੈਗੰਬਰ ਵੀ ਹੋਏ ਨੇ ਨਾ, ਇੱਥੋਂ ਤੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਉੱਚਾ ਸੁੱਚਾ ਜੀਵਨ ਕਿਸੇ ਦਾ ਨਹੀਂ। ਕਦੀ ਸਤਿਗੁਰੂ ਬਾਰੇ ਵੀ ਸ਼ਬਦ ਪੜ੍ਹ ਕੇ ਵੇਖੋ, ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਰੱਬ ਪ੍ਰਤੀ ਵੀ ਸਾਰਿਆਂ ਦੇ ਆਪਣੇ ਖਿਆਲ ਨੇ। ਬੰਦੇ ਦੀ ਦੂਜੀ ਹੈ ਤਮਾ, ਦੁਨੀਆ ਮੈਨੂੰ ਚੰਗਾ ਆਖੇ, ਹਰੇਕ ਬੰਦੇ ਦੀ ਹੈ। ਹੁਣ ਤਮਾ ਇੱਕ ਨਹੀਂ, ਅਸੀਂ ਕਿਤੇ ਘਰ ਜਾਣਾ ਹੈ, ਗੁਰੂ ਘਰ ਆਉਣਾ ਹੈ, ਤੇ ਹੁਣ ਇੱਕ ਇਹ ਵੀ ਭੁੱਖ ਹੀ ਹੈ ਨਾ ਕਿ ਮੈਂ ਸੋਹਣਾ ਲੱਗਾ, ਲੋਕ ਮੇਰੇ ਹੀ ਕੱਪੜੇ ਵੇਖਣ, ਮੇਰਾ ਹੀ ਹਾਰ ਸ਼ਿੰਗਾਰ ਵੇਖਣ, ਉਹ ਆਖਣ ਵੀ ਬੜਾ ਸੋਹਣਾ ਹੈ, ਦੂਜੇ ਨੂੰ ਸੋਹਣਾ ਬਣ ਕੇ ਵਿਖਾਈ ਜਾਣਾ। ਇਸ ਤਰ੍ਹਾਂ ਦੀਆਂ ਅਨੇਕਾਂ ਭੁੱਖਾਂ, ਅਨੇਕਾਂ ਤਮਾਂ, ਕਿੰਨਿਆਂ ਕੁ ਦਾ ਜ਼ਿਕਰ ਕਰੀਏ। ਇਹ ਅਨੇਕਾਂ ਭੁੱਖਾਂ, ਇਹਨਾਂ ਦੇ ਮਿਟਣ ਦਾ ਇੱਕੋ ਇੱਕ ਹੀ ਥਾਂ ਹੈ, ਉਹ ਹੈ ਨਾਮ ਜਪਣਾ। ਜਿਹੜੇ ਨਾਮ ਨਾਲ ਜੁੜ ਗਏ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ
सब गवाइयां। ਉੱਥੇ ਫਿਰ ਸ਼ਬਦ ਇਹ ਹੀ ਆਉਂਦੇ ਨੇ, ਉਹ ਕਹਿੰਦੇ ਨੇ ਅਬ ਖਮ ਚਲੀ ਠਾਕੁਰ ਪੈ ਖਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਖਮ ਤਨ ਦਿਓ ਖੈ ਢਾਰ। ਕਹਿੰਦੇ ਹੁਣ ਤਾਂ ਜੋ ਮਰਜੀ ਕੋਈ ਆਖੀ ਜਾਏ। ਉਹ ਅਵਸਥਾ ਹੈ ਭਗਤ ਕਬੀਰ ਸਾਹਿਬ ਵਰਗੇ, ਜਿੱਥੇ ਕਹਿੰਦੇ ਨਿੰਦੋ ਨਿੰਦੋ ਲੋਗੋ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਉਹ ਕਹਿੰਦੇ ਜਿੰਨਾ ਮਰਜੀ ਨਿੰਦੋ, ਚੰਗੀ ਗੱਲ ਹੈ। ਭਗਤ ਆਪਣੀ ਨਿੰਦਿਆ ਜਾਣ ਕੇ ਕਰਵਾਉਂਦਾ ਹੈ। ਆ ਬਹੁਤ ਐਸੇ ਗੁਰਸਿੱਖ ਗੁਰੂ ਕੇ ਇਤਿਹਾਸ 'ਚ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਜਾਣ ਕੇ ਕੋਈ ਨਾ ਕੋਈ ਐਸਾ ਕਾਰਜ ਨਿੰਦਿਆ ਵਾਲਾ ਆਰੰਭ ਦਿੱਤਾ। ਨਿੰਦਾ ਜਨ ਕੋ ਖਰੀ ਪਿਆਰੀ। ਹੁਣ ਤੀਜਾ ਹੈ ਸਤੋ ਗੁਣ। ਸਤੋ ਗੁਣ ਵਿੱਚ ਸਤ ਬਿਰਤੀ ਦਾ ਖੋਣਾ, ਜਿੱਥੇ ਝੂਠ ਨਹੀਂ, ਜਿੱਥੇ ਇਮਾਨਦਾਰੀ ਹੈ, ਛਲ ਫਰੇਬ ਨਹੀਂ। ਪਰ ਸਤਿਗੁਰੂ ਜੀ ਨੇ ਕਿਹਾ, ਕਹਿਣ ਲੱਗੇ ਤੀਜੇ ਵਾਲਾ ਵੀ ਸਤੋ ਗੁਣ ਨੇ ਵੀ ਪ੍ਰਵਾਨ ਨਹੀਂ ਕੀਤਾ। 3 ਗੁਣਾ ਤੋਂ ਉੱਪਰ ਫਿਰ ਚੌਥੇ ਪਦ ਵਾਲਾ, ਉਹਨੂੰ ਸਤਿਗੁਰੂ ਨੇ ਆਖਿਆ ਇਹ ਦਾਤ ਲੈਣ ਦਾ ਅਧਿਕਾਰੀ ਬਣਦਾ ਹੈ। ਤੇ ਮੈਂ ਕਹਿੰਦਾ ਸੀ ਸਤੋ ਤੱਕ ਵੀ ਪਹੁੰਚ ਜਾਈਏ ਤੇ ਬੜੇ ਤਗੜੇ ਆ। ਕਵੀ ਜੀ ਕਹਿੰਦੇ ਹੁਣ ਜਿਹੜੇ ਗੁਰੂ ਸਾਹਿਬ ਕਹਿੰਦੇ ਜਦੋਂ ਬੰਦਾ ਜਿਉਂਦਾ ਹੈ ਸੁਭਾਵ ਤ੍ਰੈ ਬਿਦਨ ਗੁਣ, ਸਤ ਰਾਜ ਤਮ ਕੇਰੇ। ਹੁਣ ਜਿੰਨੇ ਜਿਉਂ ਰਹੇ ਨੇ ਗੁਰੂ ਘਰ ਦੇ ਪੁਰਾਣੇ ਸਿੱਖਾਂ 'ਚ ਵੀ ਲੈ ਲਓ, ਇਹ 3 ਬਿਰਤੀਆਂ ਸਾਰਿਆਂ ਵਿੱਚ ਰਹਿੰਦੀਆਂ ਹਨ। ਸੰਗਤ ਤੇ ਪੁਜਵਾਵਹੀਂ ਜੋ ਹੈ ਇਨਕੇਰੀ। ਕਹਿਣ ਲੱਗੇ ਹੁਣ ਕਿਸੇ ਦੀ ਤਮੰਨਾ ਇਹ ਹੁੰਦੀ ਹੈ ਵੀ ਸੰਗਤ ਮੇਰੀ ਪੂਜਾ ਕਰੇ। ਬੜੇ ਬੜੇ ਨਾਮੀਆਂ 'ਚ ਵੀ ਕਈ ਵਾਰੀ ਇਹ ਭੁੱਖ ਵੇਖਣ ਨੂੰ ਮਿਲਦੀ, ਜਿਹੜੇ ਬੜੇ ਬੜੇ ਅਭਿਆਸੀ ਨੇ। ਪਰ ਅਸੀਂ ਵੈਸੇ ਨਾ ਸਿੱਖ ਇੱਕ ਅਰਦਾਸ ਤਾਂ ਜ਼ਰੂਰ ਕਰਦਾ ਵੀ ਦੇਖ ਕੇ ਅਣਡਿੱਠ ਕੀਤਾ, ਪਰ ਹੁਣ ਨਹੀਂ ਜੇ। ਹੁਣ ਤਾਂ ਕਿਸੇ ਦਾ ਔਗਣ ਲੱਭੇ ਸਹੀ, ਜਿੰਨਾ ਚਿਰ 4 ਬੰਦਿਆਂ 'ਚੋਂ ਛਾਲ ਨਾ ਲੈਣ ਤੇ ਰੋਟੀ ਉਹਨੂੰ ਸਵਾਦ ਨਹੀਂ ਲੱਗਦੀ। ਪੁਰਾਣੇ ਗੁਰਸਿੱਖ ਇੰਜ ਨਹੀਂ ਸਨ। ਅਸੀਂ ਤਮਾਸ਼ਾ ਕਰਨੇ ਆ। ਤੇ ਯਾਦ ਰੱਖਿਓ, ਜੇ ਇੱਕ ਬੰਦਾ ਗਲਤ ਹੈ, ਉਹਨੇ ਕੋਈ ਗਲਤੀ ਕੀਤੀ, ਉਹ ਤਾਂ ਗਲਤੀ ਕਰਕੇ ਸਜ਼ਾ ਦਾ ਹੱਕਦਾਰ ਹੈ ਹੀ ਏ। ਉਸ ਦੀ ਗਲਤੀ ਨੂੰ ਛੱਜ 'ਚ ਪਾ ਕੇ ਛੱਟਣਾ ਤੇ ਘਰ ਘਰ ਭੰਡਣਾ, ਅਸੀਂ ਉਦੋਂ ਵੱਡੀ ਗਲਤੀ ਕਰਕੇ ਆਪਣੇ ਸਿਰ ਤੇ ਪਾਪ ਬੰਨ੍ਹਦੇ ਆ। ਕਿਸੇ ਨੇ ਜਿਹਨੇ ਕੀਤੀ ਉਹ ਤਾਂ ਹੈ ਹੀ ਏ, ਤੇ ਜਿਹਨੇ ਨਹੀਂ ਕੀਤੀ ਉਹ ਉਹਦੀ ਬਦਨਾਮੀ ਕਰਕੇ ਉਹਨੂੰ ਛੱਜ 'ਚ ਪਾ ਕੇ ਛੱਟ ਕੇ ਸੁੱਤੇ ਸਿੱਧ ਹੀ ਆਪਣਾ ਕੋਈ ਮਾੜਾ ਕਰਮ ਬੀਜ ਜਾਂਦਾ ਹੈ। ਹਾਲਾਂਕਿ ਕੀਤੀ ਕਿਸੇ ਨੇ, ਗਲਤੀ ਕਿਸੇ ਦੀ, ਤੇ ਦੂਜਾ ਬੰਦਾ ਉਹਨੂੰ ਛੱਟ ਕੇ ਆਪਣੇ ਸਿਰ ਹੀ ਕਰਮ ਬੀਜੀ ਜਾਂਦਾ ਹੈ। ਇਹ ਗੁਰਮਤ ਦੇ ਬੜੇ ਬਰੀਕ ਰਸਤੇ ਨੇ। ਖਿਮਾ ਕਰਿਓ, ਜਦੋਂ ਗੁਰਮਤ ਦਾ ਕੋਈ ਧਾਰਨੀ ਹੁੰਦਾ ਹੈ ਉੱਥੇ ਫਿਰ ਅੱਜ ਦਾ ਵਕਤ ਨਹੀਂ ਹੈ। ਉੱਥੇ ਬੜੀਆਂ ਬਰੀਕੀ 'ਚ ਸਤਿਗੁਰੂ ਨੇ ਤਾਂ ਹਰ ਸੰਜਮੀ ਜੀਵਨ ਨੂੰ ਵੀ ਗੱਲ ਕਹੀ ਹੈ। ਆ ਮੈਂ ਕੱਲ ਹੀ ਇੱਕ ਭਗਤ ਕਬੀਰ ਸਾਹਿਬ ਦਾ ਸ਼ਬਦ ਪੜ੍ਹਨਾ ਸਾਂ। ਉਹ ਕਹਿੰਦੇ ਸਾਡੇ ਅੰਦਰ ਵਿਕਾਰਾਂ ਦਾ ਘੜਾ ਭਰਿਆ ਪਿਆ। ਸਾਡੇ ਅੰਦਰ ਅੱਖਾਂ ਰਾਈ, ਕੰਨਾਂ ਰਾਈ, ਜ਼ੁਬਾਨ ਰਾਈ ਵਿਕਾਰ ਅੰਦਰ ਜਾਂਦੇ ਨੇ। ਵਾੜ ਤੋੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਚੋਰ ਅੰਦਰ ਜਾਂਦੇ ਨੇ। ਸੰਤੋ ਮਨ ਪਵਨੈ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਇੱਥੇ ਜੋਗ ਦੇ ਅਰਥ ਆ, ਜੋਗ ਮਤ ਨਾ ਲੈਣਾ, ਜੋਗ ਦਾ ਅਰਥ ਹੈ ਕਾਬਲ। ਕਹਿੰਦੇ ਹੁਣ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਰੱਬ ਦੀ ਦਾਤ ਦੇ ਮੈਂ ਯੋਗ ਬਣਿਆ। ਤੇ ਕਹਿੰਦੇ ਦਾਤ ਮੈਨੂੰ ਪਤਾ ਕੀ ਮਿਲੀ, ਗੁਰ ਦਿਖਲਾਈ ਮੋਰੀ। ਮੈਨੂੰ ਗੁਰੂ ਨੇ ਉਹ ਮੋਰੀ, ਉਹ ਰਾਹ ਵਿਖਾ ਦਿੱਤਾ ਜਿੱਥੋਂ ਦੀ ਵਿਕਾਰ ਮੇਰੇ ਅੰਦਰ ਵੜਦੇ ਸਨ। ਤੇ ਵਿਕਾਰ ਵੜਦੇ ਨੇ 2 ਅੱਖਾਂ ਰਾਹੀਂ। ਤੇ ਜਿਹਨੇ ਦਾਤ ਲੈਣੀ ਹੈ ਨਾ ਸਿਮਰਨ ਦੀ, ਆ 3 ਗੁਣਾਂ ਚੋਂ ਬਾਹਰ ਨਿਕਲਣਾ ਹੈ, ਉਹਨੂੰ ਆਪਣੀਆਂ ਨਿਗਾਹ ਸੰਕੋਚਣੀ ਪਏਗੀ। ਤੇ ਅੱਜ ਤਾਂ ਇੰਨਾ ਕੁ ਸਾਡੀ ਦੁਹਾਈ ਰੱਬ ਦੀ, ਹੁਣ ਤਾਂ ਨਿਗਾਹ, ਪੁਰਾਣੇ ਗੁਰਸਿੱਖ ਨਿਗਾਹ ਉੱਪਰ ਨਹੀਂ ਸਨ ਚੁੱਕਦੇ। ਇੱਥੋਂ ਤੱਕ ਜਦੋਂ ਅਸੀਂ ਵਿਦਿਆ ਪੜ੍ਹੇ, ਬਹੁਤੀ ਪੁਰਾਣੀ ਤਾਂ ਗੱਲ ਹੈ ਨਹੀਂ, 10 ਸਾਲ ਪੁਰਾਣੀ, ਤਾਂ ਸਾਨੂੰ ਇਹ ਕਿਹਾ ਜਾਂਦਾ ਸੀ ਜਦੋਂ ਸੰਗਤ 'ਚ ਤੁਰਨਾ ਤੇ 8 ਫੁੱਟ ਤੋਂ ਉੱਤੇ ਨਿਗਾਹ ਨਹੀਂ ਚੱਕਣੀ। ਕਹਿਣ ਤੋਂ ਭਾਵ ਬਹੁਤਾਤ ਵਿੱਚ ਵੇਖ ਸੰਸਾਰ ਅੰਦਰ ਨਹੀਂ ਭਰਨਾ। ਤੇ ਹੁਣ ਤਾਂ ਸਾਡੀ ਜੇਬ 'ਚ ਏਡਾ ਵੱਡਾ ਸੰਸਾਰ ਏ। ਆ ਸਾਰਾ ਦਿਨ ਤੁਸੀਂ ਵੇਖੋ 5 ਮਿੰਟ ਵੀ ਬੰਦਾ ਇਕੱਲਾ ਨਹੀਂ ਬਹਿ ਸਕਦਾ, ਫੋਨ ਖੋਲ ਕੇ ਅੱਖਾਂ ਉੱਤੇ ਗੱਡੇਗਾ। ਹੁਣ ਕਿੱਥੋਂ ਛੱਡੋਗੇ? 5 ਵਿਕਾਰ ਤਾਂ ਬੜੇ ਪਿੱਛੇ ਰਹਿ ਗਏ। ਤੇ ਜਿੰਨਾ ਪਾਪ ਬੰਦਾ ਫੋਨ ਨਾਲ ਕਮਾਉਂਦਾ ਹੈ, ਮਾਫ ਕਰਿਓ, ਵਿਕਾਰ ਸਭ ਤੋਂ ਵੱਧ ਬੰਦੇ ਦੇ ਅੰਦਰ ਇਹਨੂੰ ਵੇਖ ਕੇ ਅੰਦਰ ਉਤਪੰਨ ਹੋਣਗੇ। ਸਭ ਤੋਂ ਵੱਧ ਪਾਪ ਇਹਦੇ ਚੋਂ ਇਕੱਠਾ ਕਰਦਾ ਹੈ। ਪਰ ਅਸੀਂ ਕਹਿੰਦੇ ਆ ਵੀ ਅਸੀਂ ਪਿੱਛੇ ਨਾ ਰਹਿ ਜਾਈਏ। ਤੇ ਮੈਨੂੰ ਆ ਪਿਛਲੇ ਦਿਨੀ ਇੱਕ ਗੁਰਸਿੱਖ ਪਿਆਰੇ ਕਹਿ ਰਹੇ ਸਨ, ਪਹਿਲਾਂ ਨਾ ਅੱਜ ਤੋਂ 20 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਜਦੋਂ ਅਸੀਂ ਵੀ ਨਿੱਕੇ ਸਾਂ, ਤੇ ਆਮ ਲੋਕ ਆਪਣੇ ਜਵਾਨ ਧੀ ਪੁੱਤਰ ਦੀ ਤਸਵੀਰ ਕਿਸੇ ਨੂੰ ਦੇਣੀ ਗਲਤ ਸਮਝਦੇ ਸੀ। ਜਾਂ ਆਪਣੀ ਜ਼ਿੰਦਗੀ ਨੂੰ, ਜਿਵੇਂ ਆਪਾਂ ਆਮ ਕਹਿੰਦੇ ਨਾ, ਜਿਵੇਂ ਗ੍ਰੰਥਾਂ ਦੇ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਤੁਲਸੀਦਾਸ ਨੇ ਕਿਹਾ ਸੀ
ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਕੀ ਅਧਿਕਾਰੀ। ਤੇ ਹੁਣ ਤਾਂ ਬੰਦੇ ਨੇ ਜੇ ਕੋਈ ਘਰ ਰੋਟੀ ਪੱਕੀ ਚਲੋ ਫੜੋ ਫੋਟੋ ਤੇ ਪਾਓ ਅੱਗੇ, ਜੇ ਬੰਦਾ ਕਿਤੇ ਦੋਵਾਂ 'ਚ ਖਲੋਤਾ ਚਲੋ ਫੋਟੋ ਪਾਓ ਅੱਗੇ। ਨਾ ਕੋਈ ਇੱਥੇ ਜਵਾਨ ਧੀ ਪੁੱਤ ਦੀ ਸੰਗ ਸ਼ਰਮ ਹੈ ਨਾ ਕੁਝ। ਅਸੀਂ ਜੀ ਹੁਣ ਐਡਵਾਂਸ ਹੋ ਗਏ ਹਾਂ। ਮੈਂ ਕਹਿੰਦਾ ਜਿੰਨੇ ਸਾਡਾ ਬੇੜਾ ਗਰਕ ਗਿਆ ਹੁਣ ਤਾਂ ਅੰਤ ਹੀ ਹੈ। ਜੇ ਸਿੱਖੀ ਕਮਾਉਣੀ ਹੈ ਨੇਤਰਾਂ ਨੂੰ ਵੀ ਸੰਜਮ ਦੇਣਾ ਪਏਗਾ, ਕੰਨਾਂ ਨੂੰ ਸੰਜਮ ਦੇਣਾ ਪਏਗਾ, ਜ਼ੁਬਾਨ ਨੂੰ ਸੰਜਮ ਦੇਣਾ ਪਏਗਾ, ਹੱਥਾਂ ਨੂੰ ਸੰਜਮ ਦੇਣਾ ਪਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਬਹਿ ਕੇ ਪੁੱਛਣਾ ਪਏਗਾ। ਗੁਰੂ ਸਾਹਿਬ ਜੀ ਨੇ ਕਿਹਾ ਸੀ ਉਹ ਲੋਕਾਂ ਨੂੰ ਆਪਣਾ ਆਪ ਵਿਖਾਉਣ ਵਾਲਿਆ, ਮੈਂ ਤਾਂ ਤੈਨੂੰ ਇਹ ਗੱਲ ਕਹੀ ਸੀ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠੇ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੱਥੇ ਤਾਂ ਇੰਨੇ ਰਸ ਭਰੇ ਪਏ ਨੇ, ਕਿੱਥੇ ਨਾਮ ਦੇ ਰਸ ਦੀ ਆਸ ਰੱਖ ਕੇ ਬੈਠਾ ਹੈ। ਜੇ ਨਾਮ ਰਸ ਲੈਣਾ ਨਾ ਬਾਕੀ ਰਸ ਤਿਆਗਣੇ ਪੈਣਗੇ, ਬਾਕੀ ਰਸ ਛੱਡਣੇ ਪੈਣਗੇ। ਤੇ ਮੈਂ ਇੱਕ ਗੁਸਤਾਖੀ ਕਰਨ ਲੱਗਾ, ਬੇਨਤੀ ਦੁਹਰਾਉਣ ਦੀ 2-3 ਦਿਨ ਪਹਿਲਾਂ ਕੀਤੀ ਸੀ। ਰੱਬ ਨਹੀਂ ਜੇ ਐਡਵਾਂਸ ਹੋਇਆ, ਰੱਬ ਨਹੀਂ ਜੇ ਮਾਡਰਨ ਹੋਇਆ, ਰੱਬ ਨੂੰ ਮਿਲਣ ਦਾ ਰਸਤਾ ਉਹੀ ਅੱਜ ਜਿਹੜਾ ਸਦੀਆਂ ਪਹਿਲਾਂ ਸੀ, ਇਹੀ ਸਦੀਆਂ ਬਾਅਦ ਰਹਿਣਾ। ਸਾਨੂੰ ਮੁੜਨਾ ਪਏਗਾ। ਫਿਰ ਘਰ ਬੈਸੋ ਹਰਜਨ ਪਿਆਰੇ, ਆਪਣੇ ਨਿੱਜ ਘਰ ਵਿੱਚ ਟਿਕਣਾ ਪਏਗਾ ਜੇ ਕੁਝ ਦਾਤ ਲੈਣੀ ਹੈ। ਤੇ ਜੇ ਸੰਸਾਰ 'ਚ ਸਮਾਂ ਪੂਰਾ ਕਰਨਾ ਹੈ ਫਿਰ ਤਾਂ ਜਿਵੇਂ ਦਾ ਮਰਜ਼ੀ ਬੰਦਾ ਵਿਕਾਰੀ ਹੋ ਜਾਏ, ਕੋਈ ਮਹਿਣਾ ਨਹੀਂ ਰੱਖਦਾ। ਕਵੀ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਹੁਣ ਕਿਸੇ ਦੀ ਬਿਰਤੀ ਹੈ ਉਹ ਸੰਗਤ ਤੋਂ ਪੂਜਾ ਕਰਵਾਉਣੀ ਚਾਹੁੰਦਾ ਹੈ। ਵਿਕਾਰ ਨੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਭੋ ਕਰਿਆ। ਜੇ ਮੇਰੇ ਗੁਰੂ ਨੇ ਕਿਰਪਾ ਕੀਤੀ, ਮੇਰੇ ਅੰਦਰ ਦੇ ਵਿਕਾਰਾਂ ਦਾ ਜਿਹੜਾ ਭਰਿਆ ਘੜਾ ਸੀ ਨੂੰ ਡੋਲਿਆ। ਪਰ ਕਿੰਦਾ ਡੁੱਲਦਾ ਜਿਹੜਾ ਨਾਮ ਨੂੰ ਸਮਰਪਿਤ ਹੋ ਜਾਂਦਾ ਹੈ। ਇਹ ਵੀ ਬਿਰਤੀ ਹੈ ਪੂਰੀ ਕਰਤ ਸੋ ਕਾਮਨਾ, ਜਸ ਜਨ ਹੈ ਕੇਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਘਰੇ ਕੋਈ ਕਾਮਨਾ ਕੋਈ ਰੱਖ ਲਵੇ, ਕੋਈ ਵੀ ਕਾਮਨਾ, ਰੱਬ ਨੇ ਉਹਦੀ ਕਾਮਨਾ ਪੂਰੀ ਕਰਨੀ ਹੈ। ਹੁਣ ਸਮਾਂ ਆਪਣੇ ਕੋਲ ਉਹਨਾਂ ਕੁ ਹੁੰਦਾ, ਮੇਰੇ ਮਨ 'ਚ ਹੁੰਦਾ ਵੀ ਥੋੜਾ ਜਿਹਾ ਪ੍ਰਸੰਗ ਵੀ ਤੁਰੇ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ 'ਚ ਇੱਕ ਸ਼ਬਦ ਵਰਤਿਆ, ਨਿਰਪ ਕੰਨਿਆ ਕੇ ਕਾਰਨ ਹੈ ਇੱਕ ਭਇਆ ਭੇਖ ਧਾਰੀ। ਕੋਈ ਰਾਜੇ ਦੀ ਲੜਕੀ ਤੇ ਮੋਹਿਤ ਹੋ ਕੇ ਉਹਦੇ ਮਨ 'ਚ ਸੀ ਵੀ ਮੈਂ ਤਾਂ ਗਰੀਬਣਾ ਤੇ ਰਾਜੇ ਨਾਲ ਸਾਕ ਜੁੜ ਜਾਏ, ਰਿਸ਼ਤਾ ਜੁੜ ਜਾਏ। ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ। ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਨਾ ਸੇਵਾ ਕਰਤ ਹੋਏ ਨੇ ਕਾਮੀ, ਯਾਦ ਰੱਖਿਓ ਭਜਨ ਬੰਦਗੀ ਕਰਦਿਆਂ ਬਿਰਤੀ ਕਿਸੇ ਤਰ੍ਹਾਂ ਦੀ ਵੀ ਹੋਵੇ। ਜਦੋਂ ਵੀ ਜਨਮ ਹੋਏਗਾ, ਆ ਜਨਮ ਤੋਂ ਬਾਅਦ ਜਨਮ ਹਮੇਸ਼ਾ ਕਾਮਨਾ ਅਧੀਨ ਹੁੰਦਾ ਹੈ। ਜਨਮ ਹਮੇਸ਼ਾ ਅਗਲਾ ਜਿਹੜਾ ਹੈ ਉਹ ਵਾਸ਼ਨਾ ਅਧੀਨ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਅਵਤਰੈ। ਪੁੱਛਿਆ ਕੀ ਕਰੀਏ? ਸਤਿਗੁਰੂ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਖਿਆਲ ਸਦਾ ਇੱਕੋ ਹੀ ਹੋਵੇ, ਗੁਰੂ ਮੇਰੀ ਝੋਲੀ 'ਚ ਨਾਮ ਦੀ ਦਾਤ ਪਾ, ਕਾਮਨਾ ਹੋਰ ਨਹੀਂ। ਆਪਣੀ ਪੁਜਵਾਉਣੇ ਕਾਮਨਾ ਕਾਹਦੀ ਏ? ਅਸੀਂ ਤਾਂ ਭਜਨ ਬੰਦਗੀ ਵੀ ਏਦੋਂ ਹੀ ਕਰੀਦੀ ਏ ਵੀ ਲੋਕ ਆਖਣ ਬਹੁਤ ਚੰਗਾ। ਇਹ ਵੀ ਕਿਸੇ ਹਉਮੈ ਹੀ ਹੈ ਨਾ ਇੱਕ। ਜੇ ਜਪਜੀ ਸਾਹਿਬ ਪੜ੍ਹ ਲਿਆ, ਪਤਾ ਨਹੀਂ ਜਿੰਨਾ ਚਿਰ ਅੱਧੇ ਪਿੰਡ ਨੂੰ ਦੱਸੇ ਨਾ, ਤੇ ਮੈਂ ਕਹਿੰਦਾ ਉਹਨਾਂ ਚਿਰ ਉਹਨੂੰ ਸਬਰ ਹੀ ਨਹੀਂ ਆਉਂਦਾ। ਗੁਰੂ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਪੂਰੀ ਕਰਤ ਸੁਕਾਮਨਾ ਜਸ ਜਨ ਕੇਰੀ। ਜਦੋਂ ਤੁਸੀਂ ਕੋਈ ਧਰਮ ਕਰਮ ਕਰਦੇ ਹੋ, ਜੋ ਵੀ ਕਾਮਨਾ ਹੈ ਗੁਰੂ ਉਹਦੀ ਕਾਮਨਾ ਪੂਰੀ ਜ਼ਰੂਰ ਕਰਨਗੇ। ਦੁੱਖ ਸੁੱਖ ਕੇ ਦਾਤਾ ਅਹੈ, ਦਿੱਤੇ ਸਭ ਪ੍ਰਾਨੀ। ਗੁਰੂ ਕੇ ਸਵਾਰਿਓ। ਹੁਣ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹ ਸ਼ਹੀਦ ਸਿੰਘ ਨੇ, ਕਹਿੰਦੇ ਇਹ ਸੁੱਖ ਦੁੱਖ ਦੇ ਵੀ ਦਾਤੇ ਨੇ। ਇਹ ਕਿਸੇ ਨੂੰ ਸੁੱਖ ਦੁੱਖ ਕੋਈ ਇਹਨਾਂ ਨੂੰ ਧਿਆਵੇ, ਉਹਦਾ ਦੁੱਖ ਸੁੱਖਾਂ ਵਿੱਚ ਵੀ ਬਦਲ ਸਕਦੇ ਨੇ। ਇਹ ਗੁਰੂ ਕੇ ਸ਼ਹੀਦਾਂ ਦੀ ਬਰਕਤ ਹੈ। ਸਰਬ ਕਲਾ ਸਮਰੱਥ ਇਹੋ, ਧਰ ਸ਼ਕਤ ਮਹਾਨੀ। ਕਹਿੰਦੇ ਇਹ ਸ਼ਹੀਦ ਸਿੰਘ ਸਰਬ ਕਲਾ ਸਮਰੱਥ ਨੇ। ਵੈਸੇ ਸਰਬ ਕਲਾ ਸਮਰੱਥ ਗੁਰੂ ਨੂੰ ਕਿਹਾ ਜਾਂਦਾ ਹੈ। ਤੇ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਛਨਾ ਹੈ। ਜਿਹੜੇ ਸ਼ਹੀਦ ਨੇ, ਅਸੀਂ ਜਿਵੇਂ ਬਾਣੀ 'ਚ ਪੜ੍ਹਨੇ ਆ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ,
ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਨ ਪਾਵੈ ਪਤ ਸਿਉ ਜਾਵੈ ਆਗੈ ਦੁੱਖ ਨਾ ਲਾਗੈ। ਕਹਿੰਦੇ ਜਿਹੜਾ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਕੇ ਸ਼ਹੀਦ ਮਰਿਆ ਨਾ, ਯਾਦ ਰੱਖਿਓ ਗੁਰੂ ਨੇ ਉਹਨੂੰ ਆਪਣੇ ਵਿੱਚ ਮਿਲਾ ਲਿਆ। ਇਹ ਸੁੱਖ ਦੁੱਖ ਦੇ ਵੀ ਕਰਤਾ ਨੇ, ਇਹਨਾਂ ਕੋਲ ਇਹ ਸਮਰੱਥਾ ਹੈ। ਦੇ ਕਰ ਇਨਕੋ ਭਗਤ ਖੰਡ ਸੁਰ ਸੁਰਗ ਸਿਧਾਰੇ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭਰਤ ਖੰਡ ਦਾ ਰਾਜ ਬਖਸ਼ਿਆ, ਸੁਰਗ ਸਿਧਾਰੇ। ਕਹਿੰਦੇ ਮਾਨੋ ਇਹਨਾਂ ਨੂੰ ਭਰਤ ਖੰਡ ਦੇ ਦੇਵਤੇ ਜਿਹੜੇ ਨੇ ਉਹ ਵੀ ਆਣ ਕੇ ਨਮਸਕਾਰ ਕਰਦੇ ਹਨ। ਬੈਠੇ ਜਾਏ ਨੇ ਚਿੰਤ ਹੋਏ ਸਾਂਭੀ ਸਭ ਕਾਰੇ। ਕਹਿੰਦੇ ਇਹ ਆਪਣੀ ਇੱਛਾ ਅਨੁਸਾਰ ਹੀ ਵਿਚਰਦੇ ਨੇ ਜਿਹੜੇ ਸ਼ਹੀਦ ਸਿੰਘ ਨੇ। ਆ ਕਈ ਵਾਰੀ ਨਾ ਹੈਰਾਨ ਹੋਈਦਾ, ਇੰਡੀਆ ਵਿੱਚ ਤੁਸੀਂ ਆਮ ਵੇਖੋ, ਮੈਂ ਕਈ ਵਾਰੀ ਵੇਖੇ ਕਈ ਐਸੀਆਂ ਜਗ੍ਹਾ ਆਮ ਪਿੰਡਾਂ ਵਿੱਚ ਆਮ ਹੀ ਨੇ, ਉਹ ਕਹਿੰਦੇ ਜੀ ਇਹਦੇ ਵਿੱਚ ਨਾ ਬਾਬਾ ਦੀਪ ਸਿੰਘ ਦੀ ਚੌਂਕੀ ਆਉਂਦੀ, ਤੇ ਕਈ ਵਾਰੀ ਮੱਥੇ ਤੇ ਹੱਥ ਮਾਰੀਦਾ, ਉਹ ਸਦਕੇ ਜਾਈਏ ਜਿਹੜੇ ਉਹਦੇ ਅੱਗੇ ਬੈਠੇ ਨੇ ਨਾ ਉਹ ਵੀ ਬੌਲੇ ਸਿੱਖ ਹੀ ਨੇ ਵੀ ਬਾਬਾ ਦੀਪ ਸਿੰਘ ਜੀ ਚੌਂਕੀਆਂ 'ਚ ਨੇ। ਖਿਮਾ ਕਰਿਓ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਪਹਿਲਾਂ ਉਸ ਮਹਾਂਪੁਰਖ ਦੀ ਕਮਾਈ ਵੇਖੋ, ਉਹਦੀ ਸਮਰੱਥਾ ਵੇਖੋ। ਤੇ ਜਿਹਨੇ ਕਦੀ ਇਸ਼ਨਾਨ ਨਹੀਂ ਨਾ ਕੀਤਾ ਹੁੰਦਾ, ਮੇਰੇ ਖਿਆਲ ਉਹਦੇ ਕੋਲ 10 ਮਿੰਟ ਬਹਿ ਜਾਓ, ਤੁਹਾਡੇ ਤੋਂ ਬੈਠਾ ਨਹੀਂ ਜਾਣਾ, ਇੰਨੀ ਬਦਬੂ ਦੇ ਸਰੀਰ 'ਚ। ਕਹਿਣਗੇ ਇਹਦੇ ਵਿੱਚ ਬਾਬਾ ਦੀਪ ਸਿੰਘ ਦੀ ਚੌਂਕੀ ਆਉਂਦੀ। ਤੇ ਕਈ ਵਾਰੀ ਹੈਰਾਨ ਹੋਈਦਾ ਸਾਡੀ ਮੱਤ ਤੇ ਕਿੱਡਾ ਪਰਦਾ ਪੈ ਗਿਆ, ਸਾਡੀ ਮੱਤ ਤੇ ਇੰਨਾ ਪਰਦਾ ਪੈ ਗਿਆ, ਅਸੀਂ ਏਡਾ ਕੁ ਦਰਜਾ ਸ਼ਹੀਦ ਸਿੰਘਾਂ ਨੂੰ ਦੇਣ ਲੱਗੇ ਆ। ਮਾਫ ਕਰਿਓ, ਸ਼ਹੀਦ ਸਿੰਘਾਂ ਦੀ ਸਮਰੱਥਾ ਨੇ ਸਤਿਗੁਰੂ ਨੂੰ ਸਰਬ ਕਲਾ ਸਮਰੱਥ ਕਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰ ਰਹੇ ਨੇ। ਤੇ ਬਾਬਾ ਦੀਪ ਸਿੰਘ ਜੀ ਉਹ ਸ਼ਹੀਦ ਨੇ ਜਿਨ੍ਹਾਂ ਨੂੰ ਅਮਰ ਸ਼ਹੀਦ ਕਰਕੇ ਅਸੀਂ ਯਾਦ ਕਰਨੇ ਆ। ਤੇ ਗੁਰੂ ਰਾਮਦਾਸ ਸਾਹਿਬ ਜੀ ਨਾਲ, ਗੁਰੂ ਨਾਨਕ ਸਾਹਿਬ ਦੇ ਘਰ ਨਾਲ ਕੀਤਾ ਹੋਇਆ ਬੋਲ, ਆਪਣੇ ਤਲੀ ਦੇ ਉੱਤੇ ਸੀਸ ਰੱਖ ਕੇ, ਤੇ ਤੁਸੀਂ ਵੇਖੋ ਤਕਰੀਬਨ 7-8 ਕਿਲੋਮੀਟਰ ਦਾ ਪੈਂਡਾ ਬਣਦਾ ਹੈ, ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਤੇ ਭੇਟਾ ਕੀਤਾ। ਅੱਜ ਹਰਿਮੰਦਰ ਸਾਹਿਬ ਕੋਈ ਸਿੱਖ ਜਾਏ ਨਾ, ਤੇ ਜਿਹੜੇ ਮਰਜ਼ੀ ਦਰਵਾਜ਼ੇ 'ਚੋਂ ਐਂਟਰ ਕਰ ਲਿਓ, ਸਿੱਖ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਨਮਸਕਾਰ ਕਰੇਗਾ। ਜਿਹੜੇ ਮਰਜ਼ੀ ਪਾਸੇ ਪਰਿਕਰਮਾ 'ਚ ਪਹਿਲਾਂ ਬਾਬਾ ਦੀਪ ਸਿੰਘ ਦਾ ਸਥਾਨ ਹੀ ਆਉਣਾ। ਗੁਰੂ ਨੇ ਇੰਨਾ ਸਨਮਾਨ ਦਿੱਤਾ ਬਾਬਾ ਦੀਪ ਸਿੰਘ ਜੀ ਨੂੰ, ਜਿੱਧਰੋਂ ਮਰਜ਼ੀ ਜਾਇਓ ਸਭ ਤੋਂ ਪਹਿਲਾਂ ਸਿੱਖ ਦੀ ਇੰਨੀ ਕੁ ਉਸਤਤੀ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਖਰ ਪੂਜ ਕਰਾਵਾ। ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਨਮਸਕਾਰ ਮੇਰੀ ਪਿਆਰੇ ਸਿੱਖ ਦੇ ਚਰਨਾਂ ਵਿੱਚ ਕਰਨੀ ਹੈ, ਸਭ ਤੋਂ ਪਹਿਲਾਂ ਉੱਥੇ ਹੁੰਦੀ ਹੈ। ਤੇ ਅੱਜ ਕਈ ਵਾਰੀ ਪਿੰਡਾਂ ਦੇ ਵਿੱਚ ਐਵੇਂ ਹੀ ਸ਼ਹੀਦਾਂ ਸਿੰਘਾਂ ਦਾ ਨਾਂ ਲੈ ਕੇ ਉਹਨਾਂ ਰੋਟੀ ਪਾਣੀ ਚਲਾਇਆ। ਚਲੋ ਉਹਨਾਂ ਨੇ ਤਾਂ ਚਲਾਉਣ ਵਾਲਿਆਂ ਨੇ ਕਮਲ ਛਦਾ ਹੀ ਦਿੱਤਾ, ਤੇ ਜਿਹੜੇ ਮਗਰ ਜਾਣ ਵਾਲੇ ਨੇ ਕਈ ਵਾਰੀ ਉਹਨਾਂ ਤੇ ਤਰਸ ਆਉਂਦਾ ਵੀ ਇਹਨਾਂ ਦੀ ਮੱਤ ਵੱਲ ਵੇਖ ਲਓ। ਗੁਰੂ ਗ੍ਰੰਥ ਸਾਹਿਬ ਵੱਲ ਨਹੀਂ ਆਉਣਾ, ਐਵੇਂ ਹੋਰ ਪਾਸੇ ਵੱਲ ਭਟਕਣਾ। ਪਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਜਬ ਲਗ ਖਾਲਸਾ ਰਖੈ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ, ਤੋ ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਾਨੂੰ ਗੁਰੂ ਗੋਬਿੰਦ ਸਿੰਘ ਨੇ ਨਿਆਰੇ ਰੱਖਿਆ। ਉਹਨਾਂ ਆਖਿਆ ਤੂੰ ਛੱਡ ਐਵੇਂ ਚੌਂਕੀਆਂ ਧੂਣੀਆਂ ਵਾਲੇ ਬਾਬਿਆਂ ਨੂੰ, ਕਹਿੰਦੇ ਤੂੰ ਸਿੱਧਾ ਗੁਰੂ ਕੇ ਲੜ ਲੱਗ, ਬਾਣੀ ਸ਼ਬਦ ਦੇ ਲੜ ਲੱਗ। ਕਹਿੰਦੇ ਜਿਹੜਾ ਸ਼ਬਦ ਦੇ ਲੜ ਲੱਗ ਕੇ ਆਪਣੇ ਆਪ ਨੂੰ ਨਿਆਰਾ ਗੁਰੂ ਕੀ ਰਹਿਤ ਬਹਿਤਾ ਧਾਰਨੀ ਹੋ ਕੇ ਜਾਏਗਾ, ਸਤਿਗੁਰੂ ਕਹਿੰਦੇ ਮੈਂ ਆਪਣਾ ਸਭ ਕੁਝ ਉਹਦੇ ਤੋਂ ਕੁਰਬਾਨ ਕਰ ਦਿਆਂ। ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੋ ਉਹਨਾਂ ਨੇ ਸਾਡੇ ਸਭ ਤੇ ਵਰਤਾਈ। ਕਵੀ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਤਾਂ ਆਪਣੀ ਮੌਜ ਵਿੱਚ ਵਰਤਦੇ ਨੇ, ਮੌਜ ਵਿੱਚ ਸਭ ਥਾਵਾਂ ਤੇ ਵਰਤਾਰਾ ਕਰਦੇ ਹਨ। ਪਹੁੰਚੈ ਜੋ ਦੇਵਨ ਸਭਨ ਅਰਪਤ ਜੇ ਪ੍ਰਾਨੀ। ਕਹਿੰਦੇ ਇਹਨਾਂ ਪ੍ਰਥਾਏ ਕੋਈ ਵੀ ਜੇ ਕੋਈ ਭੇਟਾ ਕੱਢਦਾ ਸ਼ਹੀਦ ਸਿੰਘਾਂ ਦੇ ਪ੍ਰਥਾਏ, ਤੇ ਸਤਿਗੁਰੂ ਕਹਿੰਦੇ ਉਹ ਇਹਨਾਂ ਤੱਕ ਪਹੁੰਚਦੀ ਹੈ, ਇਹ ਪ੍ਰਵਾਨ ਕਰਦੇ ਨੇ, ਉਹਦੀ ਭਾਵਨਾ ਨੂੰ ਭਾਗ ਲਾਉਂਦੇ ਹਨ। ਹਾਥ ਸ਼ਹੀਦਨ ਹੋਏ ਕੈ ਜੈ ਹੈ ਸਭ ਥਾਨੀ। ਕਹਿਣ ਲੱਗੇ ਇਹਨਾਂ ਦਾ ਹੱਥ ਸ਼ਹੀਦਾਂ ਦਾ ਸਭ ਥਾਵਾਂ ਤੇ, ਹਾਥ ਸ਼ਹੀਦਨ ਹੋਏ ਕੈ, ਕਹਿਣ ਲੱਗੇ ਉਹ ਸ਼ਹੀਦਾਂ ਦੇ ਹੱਥ ਵਿੱਚ ਆਉਣ, ਕਹਿ ਜੈ ਦੈ ਸਭ ਥਾਨੀ।
ਕਹਿੰਦੇ ਉਹਨਾਂ ਦੀ ਜੈ ਜੈਕਾਰ ਵੀ ਸਭ ਥਾਵਾਂ ਤੇ ਹੈ। ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਏ। ਕਹਿੰਦੇ ਇਹਨਾਂ ਨੂੰ ਕਰਤੇ ਪੁਰਖ ਵਾਹਿਗੁਰੂ ਨੇ ਇਸ ਕਾਰ ਲਗਾਇਆ ਹੋਇਆ ਹੈ। ਇਹ ਅੱਜ ਵੀ ਜਗਤ ਦੇ ਭਲੇ ਪਰਉਪਕਾਰ ਹਿਤ ਹਨ। ਹੋਏ ਸੁਚੇਤ ਨਿਤ ਕਰਤ ਹੈ ਕਬ ਨਹਿ ਬਿਸਰਾਏ। ਕਹਿਣ ਲੱਗੇ ਇਹ ਸਦਾ ਹੀ ਸੁਚੇਤ। ਸੁਚੇਤ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵੇਂ ਅੱਗੇ 10,000 ਸੰਗਤ ਦਾ ਵੀ ਇਕੱਠ ਹੋਵੇ ਤੇ 10,000 ਸੰਗਤ ਵਿੱਚੋਂ ਕੋਈ ਪਿੱਛੇ ਖੜਾ ਵੀ ਅਰਦਾਸ ਕਰੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਉਹ ਵੀ ਆਉਂਦੀ ਪਈ ਹੈ। ਇੰਨੇ ਸਤਿਗੁਰੂ ਸਮਰੱਥ ਨੇ। ਹੁਣ ਇਹ ਥੋੜਾ ਵੀ ਗੁਰੂ ਇੱਕੇ ਤੇ ਜੇ ਇੱਕ ਬੰਦੇ ਦੀ ਮੌਕੇ ਤੇ ਇੱਕ ਟਾਈਮ ਤੇ ਇੱਕ ਦੀ ਸੁਣ ਸਕਦੇ ਨੇ, ਨਹੀਂ। ਸ਼ਹੀਦ ਸਿੰਘ ਵੀ ਕਹਿੰਦੇ ਇੰਜ ਨੇ, ਜਿੱਥੇ ਵੀ ਕੋਈ ਇਹਨਾਂ ਨੂੰ ਯਾਦ ਕਰੇ, ਜਿੱਥੇ ਵੀ ਕੋਈ ਇਹਨਾਂ ਨੂੰ ਭਾਵਨਾ ਨਾਲ ਅਰਾਧੇ, ਕਹਿੰਦੇ ਉਸ ਦੀ ਭਾਵਨਾ ਨੂੰ ਉੱਥੇ ਹੀ ਪੂਰਨ ਕਰਦੇ ਹਨ। ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਬਿਸਾਲਾ। ਕਹਿਣ ਲੱਗੇ ਇਹ ਜਿਹੜੇ ਸ਼ਹੀਦ ਸਿੰਘ ਨੇ ਇਹ ਕਈ ਪ੍ਰਕਾਰ ਦੇ ਨੇ, ਵੱਡੇ ਵੀ ਨੇ ਛੋਟੇ ਵੀ ਨੇ। ਜਿਵੇਂ ਮੈਂ ਹੁਣੇ ਬੇਨਤੀ ਕੀਤੀ, ਆਪੋ ਆਪਣੀ ਅਵਸਥਾ ਹੈ। ਹੁਣ ਇੱਕ ਦੇਸ਼ ਕੌਮ ਵਾਸਤੇ ਜਦੋਂ ਕੋਈ ਸ਼ਹਾਦਤ ਬਾਰਡਰ ਤੇ ਲੜਦਾ ਹੈ, ਹੁਣ ਉਹਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਜੇ ਕੋਈ ਕਿਸੇ ਦੇ ਹਿੱਤ ਲਈ, ਕਿਸੇ ਦੇ ਹੱਕਾਂ ਦੀ ਰਾਖੀ ਲਈ ਲੜਦਾ ਹੈ, ਉਹਨੂੰ ਵੀ ਸ਼ਹੀਦ ਸਿੰਘ ਦਾ ਦਰਜਾ ਦਿੱਤਾ ਜਾਂਦਾ ਹੈ। ਜਿਹੜਾ ਪਰਉਪਕਾਰ ਹਿੱਤ ਜਿੰਨੇ ਵੀ ਆਪਣੇ ਪ੍ਰਾਣ ਤਿਆਗੇ, ਕਿਉਂਕਿ ਇਹ ਮੋਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਲਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਜਿਹੜਾ ਅਸੀਂ ਪੜ੍ਹਨੇ ਆ, ਉਹ ਹੈ ਦੇਹ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਮੂੰਹ ਨਾ ਡਰੋ। ਇਹ ਅਰਦਾਸ ਸਿੱਖ ਵਾਸਤੇ ਹੈ। ਹੁਣ ਤਾਂ ਵੈਸੇ ਅਸੀਂ ਖਿਮਾ ਕਰਿਓ ਬਹੁਤ ਜ਼ਿਆਦਾ ਸੰਕੀਰਣ ਬਿਰਤੀ ਦੇ ਧਾਰਨੀ ਹੋ ਚੁੱਕੇ ਆ। ਅਸੀਂ ਪਦਾਰਥਵਾਦੀ ਪਰਿਵਾਰਵਾਦੀ ਹੋਣ ਕਰਕੇ ਸਿਰਫ ਆਪਣੇ ਹਿੱਤਾਂ ਤੱਕ, ਆਪਣੀਆਂ ਲੋੜਾਂ ਤੱਕ ਜਿਉਂਦੇ ਆ। ਪਰ ਜਿਹੜੇ ਸ਼ਹੀਦ ਹੁੰਦੇ ਨੇ ਉਹ ਕਦੀ ਆਪਣੀ ਲੋੜ ਤੱਕ ਨਹੀਂ ਜਿਉਂਦੇ। ਉਹ ਆਪਣੀ ਲੋੜ ਤੱਕ ਨਹੀਂ ਜਿਉਂਦੇ। ਉਹਨਾਂ ਦੇ ਵੀ ਧੀਆਂ ਪੁੱਤਰ ਹੁੰਦੇ ਨੇ, ਉਹਨਾਂ ਦੇ ਵੀ ਛੋਟੇ ਬੱਚੇ। ਆ ਕਿੰਨੇ ਸ਼ਹੀਦ ਨੇ ਜਿਨ੍ਹਾਂ ਦੇ ਪਰਿਵਾਰ ਇੱਥੇ ਅੱਜ ਵੀ ਅਸੀਂ ਦਰਸ਼ਨ ਕਰਨੇ ਆ, ਜਿਹੜੇ ਸਾਡੀ ਸਿੱਖੀ ਵਾਸਤੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਦੇ ਅੰਦਰ ਇੱਕ ਚਾਹ, ਇੱਕ ਜਜ਼ਬਾ ਸਿਰਫ ਇਸ ਗੱਲ ਦਾ ਹੀ ਆ ਕਿ ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ। ਮੇਰੇ ਗੁਰੂ ਦਾ ਜਿਹੜਾ ਪੰਥ ਹੈ ਉਹ ਚੜ੍ਹਦੀ ਕਲਾ ਵਿੱਚ ਵਸੇ, ਮੇਰਾ ਭਾਵੇਂ ਸਭ ਕੁਝ ਉਜੜ ਜਾਏ ਮੈਂ ਤਾਂ ਵੀ ਪ੍ਰਵਾਨ ਕਰਾਂਗਾ। ਉਹਨਾਂ ਦੇ ਅੰਦਰ ਆਹ ਚਾਹ ਹੈ। ਉਹਨਾਂ ਨੇ ਆਪਣੇ ਧੀਆਂ ਪੁੱਤਰ ਨਹੀਂ ਵੇਖੇ, ਆਪਣੀ ਔਲਾਦ ਵੱਲ ਨਹੀਂ ਵੇਖਿਆ। ਤੇ ਖਿਮਾ ਕਰਿਓ, ਅਸੀਂ ਆਪਣੇ ਜਿੰਨਾ ਚਿਰ ਪਿਆਰ ਕਰਨੇ ਆ, ਸੰਸਾਰੀ ਮੋਹ ਤੋਂ ਉੱਠਿਆ ਹੋਇਆ ਹੀ ਸ਼ਹੀਦ ਹੈ, ਜਿਨੇ ਬਾਣੀ ਦਾ ਸ਼ਬਦ ਰੋਮ ਰੋਮ ਕਰਕੇ ਧਿਆ ਲਿਆ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਉਹ ਸ਼ਹੀਦ ਹੈ ਜਿਹਨੇ ਪਹਿਲਾ ਮਰਨ ਕਬੂਲ ਕਰ ਲਿਆ, ਜਿਹਨੇ ਆਪਣਾ ਸਭ ਕੁਝ ਛੱਡ ਦਿੱਤਾ, ਸਿਰਫ ਉਸ ਕਾਰਜ ਹਿੱਤ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਤੇ ਇੱਕ ਧਿਆਨ ਹੋਰ ਰੱਖਿਓ, ਸਿੱਖ ਕੌਮ ਵਿੱਚ ਕਈਆਂ ਕੋਲ ਜਿੰਦਾ ਸ਼ਹੀਦ ਦਾ ਵੀ ਖਿਤਾਬ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ। ਗੁਰੂ ਕਾਲ ਤੋਂ ਲੈ ਕੇ ਜਿੰਦਾ ਸ਼ਹੀਦ ਵੀ ਨੇ। ਫਿਰ ਇਸ ਤੋਂ ਅੱਗੇ ਆਈਏ, ਹੁਣ ਇਹਦਾ ਮਤਲਬ ਇਹ ਵੀ ਨਾ ਲੈਣਾ ਕਿ ਜਿਹੜਾ ਬਿਲਕੁਲ ਜਿਹਨੇ ਕਹਿ ਲਓ ਕਿ ਮੈਦਾਨੇ ਜੰਗ ਵਿੱਚ ਜੂਝਿਆ ਉਹ ਤਾਂ ਹੈ ਹੀ ਏ, ਤੇ ਜਿਹੜਾ ਉੱਥੇ ਬਿਲਕੁਲ ਆਪਣੇ ਪ੍ਰਾਣ ਉਸ ਚੀਜ਼ ਨੂੰ ਸਮਰਪਿਤ ਕਰਕੇ ਜਾ ਕੇ ਉਹਨੇ ਉੱਥੇ ਪ੍ਰਾਣ ਛੱਡੇ ਨੇ, ਉਹ ਵੀ ਸ਼ਹੀਦਾਂ ਦੀ ਗਿਣਤੀ ਵਿੱਚ ਹੈ, ਕਿਉਂਕਿ ਉਹ ਪਹਿਲਾਂ ਮਰਨ ਕਬੂਲ ਕਰਕੇ ਉੱਥੇ ਗਿਆ ਹੋਇਆ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕਿਹਾ, ਤੂੰ ਵੀ ਇਹ ਅਰਦਾਸ ਕਰਿਆ ਕਰ, ਦੇਹ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਨਾ ਟਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ। ਜਬ ਆਵ ਕੀ ਔਦ ਨਿਦਾਨ ਬਨੈ, ਅਤ ਹੀਰਨ ਮੈਂ ਤਬ ਜੂਝ ਮਰੂੰ। ਮੇਰੇ ਸਤਿਗੁਰੂ, ਕਿਤੇ ਤੇਰੀ ਕੌਮ ਨੂੰ, ਕਿਤੇ ਆਪ ਜੀ ਦੇ ਘਰ ਨੂੰ ਦਾਸ ਦੀ ਲੋੜ ਪੈ ਜਾਏ ਤੇ ਮੈਂ ਕਦਮ ਪਿੱਛੇ ਨਾ ਕਰਾਂ, ਆਪਣੇ ਪ੍ਰਾਣ ਜਾ ਕੇ ਤੁਹਾਡੇ ਚਰਨਾਂ ਵਿੱਚ ਟੇਕ ਦਿਆਂ। ਕਿਉਂਕਿ ਸਿੱਖ ਤਾਂ ਹੈ ਹੀ ਉਹ ਏ ਜਿਹਨੇ ਤਨ ਮਨ ਧਨ ਸਭ ਸੌਂਪ ਗੁਰੂ ਕੋ, ਤੇ ਜਿਹਨੇ ਤਨ ਹੀ ਟੇਕ ਦਿੱਤਾ, ਭਾਵੇਂ ਗੁਰੂ ਸ਼ਹੀਦ ਕਰਾ ਲਵੇ ਤੇ ਭਾਵੇਂ ਜਿਉਂਦਾ ਰੱਖ ਲੈ ਤਾਂ ਉਹਦੀ ਮੌਜ ਆ ਨਾ।
ਇੱਕ ਸੇਵਕ ਗੁਰਪਾਸ, ਇੱਕ ਗੁਰ ਕਾਰੈ ਲਾਈਆ। ਇਹਨਾਂ ਦੀ ਅਵਸਥਾ ਹੈ, ਕੋਈ ਦੇਸ਼ ਵਾਸਤੇ ਸ਼ਹੀਦ ਹੁੰਦਾ, ਕੋਈ ਮੈਦਾਨੇ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦੀ ਆਪਣੀ ਅਵਸਥਾ ਹੈ, ਭਾਈ ਮਣੀ ਸਿੰਘ ਜੀ ਦੀ ਆਪਣੀ ਅਵਸਥਾ ਹੈ। ਇਹ ਸਾਰੇ ਸ਼ਹੀਦ ਵੀ ਛੋਟੇ ਵੱਡੇ ਨੇ, ਹਰੇਕ ਦੀ ਆਪੋ ਆਪਣੀ ਅਵਸਥਾ ਹੈ। ਆ ਮੈਂ ਪਿਛਲੇ ਦਿਨੀ ਬਚਨ ਪੜ੍ਹਨਾ ਸਾਂ, ਜਿਹੜੇ 40 ਮੁਕਤੇ ਨੇ ਜਿਨ੍ਹਾਂ ਦਾ ਸਮਾਗਮ ਤੁਸੀਂ ਮਨਾਉਂਦੇ ਹੋ, ਇਹਨਾਂ ਨੂੰ ਕਦੀ ਇਤਿਹਾਸ ਪੜ੍ਹ ਕੇ ਵੇਖੋ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਇਹ ਮੇਰੇ ਸੀਸ ਦੇ ਹੀਰੇ ਨੇ, ਇਹਨਾਂ ਨੂੰ ਮੈਂ ਆਪਣੇ ਸੱਚਖੰਡ 'ਚ ਸਾਂਭ ਕੇ ਰੱਖਿਆ। ਕਹਿੰਦੇ ਇਹਨਾਂ 40 'ਚੋਂ ਜਿੱਦਣ ਕਿਤੇ ਸੰਸਾਰ 'ਚ ਲੋੜ ਪੈਂਦੀ ਏ, ਮੈਂ ਇੱਕ ਨੂੰ ਭੇਜ ਕੇ, ਕਹਿੰਦੇ ਪਰਉਪਕਾਰ ਹਿਤੋਂ ਕਾਰਜ ਕਰਕੇ ਫਿਰ ਉਸ ਹੀਰੇ ਨੂੰ ਵਾਪਸ ਆਪਣੇ ਖਜ਼ਾਨੇ 'ਚ ਪਾ ਲੈਣਾ। ਕਿੱਡਾ ਮਾਣ ਦਿੱਤਾ ਸਤਿਗੁਰੂ ਜੀ ਨੇ। ਇਹ ਗੁਰੂ ਦੇ ਪਿਆਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਸਿੱਖੋ ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਵਿਸਾਲਾ। ਇਹ ਸ਼ਹੀਦ ਸਭ ਰੀਤੀਆਂ ਦੇ ਨੇ, ਛੋਟੇ ਵੱਡੇ। ਭੋਜਨ ਅਣਕ ਪ੍ਰਕਾਰ ਕੇ ਅਚਵਹਿ ਸਭ ਕਾਲਾ। ਕਹਿੰਦੇ ਇਹ ਸੂਖਸ਼ਮ ਸਰੀਰ ਦੇ ਵਿਚਰਦੇ ਨੇ ਤੇ ਮਨ ਪਾਉਂਦਾ ਭੋਜਨ ਪਕਵਾਨ 36 ਪ੍ਰਕਾਰ ਦਾ ਇਹਨਾਂ ਨੂੰ ਮਿਲਦਾ ਹੈ। ਸੂਖਮ ਵਸਤਰਨ ਵਰਨ ਬਹੁ ਨਿਜ ਤਨ ਪਰ ਧਾਰੇ। ਕਹਿੰਦੇ ਸੂਖਸ਼ਮ ਵਸਤਰ ਪਹਿਨ ਕੇ, ਇਹ ਬਾਣਾ ਪਹਿਨ ਕੇ ਰਹਿੰਦੇ ਹਨ। ਅਸਵਾਰੀ ਸਭ ਰੀਤ ਕੀ ਆਰੋਹਿ ਬਿਹਾਰੇ। ਕਹਿੰਦੇ ਇਹ ਆਪਣੀ ਮੌਜ 'ਚ ਹੀ ਅਸਵਾਰੀ ਕਰਦੇ ਨੇ, ਆਪਣੀ ਮੌਜ ਵਿੱਚ ਹੀ ਰਹਿੰਦੇ ਨੇ। ਆ ਤੁਹਾਡੇ ਸ਼ੰਕਾ ਨਿਵਰਤੀ ਵਾਸਤੇ ਨਾ ਮੈਂ ਇੱਕ ਸ਼ਬਦ ਹੁਣੇ ਕਹੀ ਜਾਵਾਂ। ਭਗਤ ਬਾਣੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਵੀ ਭਗਤਾਂ ਦਾ ਵਾਸਾ ਕਿੱਥੇ ਹੁੰਦਾ ਹੈ? ਉਹ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਓ। ਉਸ ਸ਼ਹਿਰ ਦਾ ਨਾਂ ਹੈ ਬੇਗਮਪੁਰਾ। ਤੇ ਹੁਣ ਵੈਸੇ ਪਤਾ ਕਈ ਬੰਦੇ ਕੀ ਕਹਿਣਗੇ ਵੀ ਜਨਮ ਮਰਨ ਜਿਹੜਾ ਨਾ ਸਵਰਗ ਨਰਕ ਇੱਥੇ ਹੀ, ਅੱਗੇ ਕੁਛ ਨਹੀਂ। ਤੇ ਮੈਂ ਕਈ ਵਾਰੀ ਹੈਰਾਨ ਹੁੰਨਾ, ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਇੰਚ ਇੰਚ ਮਿਣ ਕੇ ਰਾਹ ਦੱਸਿਆ, ਇਹ ਕਾਹਦਾ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਸਿਆਣੇ ਆ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਕਾਈ। ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਉਹਦੀ ਗਿਣਤੀ ਨਹੀਂ। ਜਿੱਥੇ ਗੁਰੂ ਸਾਹਿਬ ਦੀ ਬਾਣੀ ਦੇ, ਹੁਣ ਮੇਰਾ ਸਮਾਂ ਵੀ ਸੀਮਤ ਹੈ, 1-2 ਮਿੰਟ ਬਾਕੀ ਨੇ, ਮੈਂ ਲੰਬਾ ਨਾ ਲਿਜਾਵਾਂ। ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਅੱਗ ਦੀ ਨਦੀ ਵਹਿੰਦੀ ਏ ਪਈ, ਇਹਦੇ ਉੱਤੋਂ ਦੀ ਤਰਨਾ ਕੋਣ, ਉਹ ਕਿਹੜਾ ਥਾਂ ਹੈ? ਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਨਹੀਂ, ਇੱਕ ਥਾਂ ਹੈ ਜਿੱਥੇ ਜਾ ਕੇ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਐਵੇਂ ਨਾ ਭੁੱਲ ਜੀ, ਐਵੇਂ ਨਾ ਸਮਝ ਲਈ ਵੀ ਆਹ ਹੀ ਕੁਛ ਆ। ਕਹਿੰਦੇ ਪੁੰਨੀ ਪਾਪੀ ਆਖਣ ਨਾਹੇ, ਕਾਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਆ ਐਵੇਂ ਕਹਿਣ ਮਾਤਰ ਗੱਲਾਂ ਨਹੀਂ ਨੇ। ਹਜ਼ੂਰ ਨੇ ਕਿਹਾ ਉਹ ਇੱਕ ਥਾਂ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਓ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉਹ ਕਹਿੰਦੇ ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ। ਉੱਥੇ ਸਰਕਾਰਾਂ ਨਹੀਂ ਬਦਲਦੀਆਂ, ਵੋਟਾਂ ਨਹੀਂ ਪੈਂਦੀਆਂ, ਕਹਿੰਦੇ ਸਦਾ ਇੱਕੋ ਦੀ ਹੋਈ ਸਰਕਾਰ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਾਇਮ ਦਾਇਮ ਸਦਾ ਪਾਤਸ਼ਾਹ ਕੀ, ਦੋਮ ਨਾ ਸੇਮ ਏਕ ਸੋ ਆਖੀ। ਆਬਾ ਦਾਨ ਸਦਾ ਮਸ਼ਹੂਰ, ਊਖਾ ਗਨੀ ਬਸੇ ਮਾਮੂਰ। ਤਿਉ ਤਿਉ ਸੈਲ ਕਰੇ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿੰਦੇ ਉੱਥੇ ਮਰਜ਼ੀ ਨਾਲ ਹੀ ਸੈਰ ਕਰਦੇ ਨੇ, ਕੋਈ ਕਿਸੇ ਨੂੰ ਰੋਕਣ ਵਾਲਾ ਨਹੀਂ, ਆਪਣੀ ਮੌਜ ਵਿਚਰਦੇ ਨੇ। ਤੇ ਯਾਦ ਰੱਖਿਓ, ਅਸੀਂ ਤਾਂ ਤਰਸ ਕੇ ਆ ਜੀਵਨ ਲਿਆ, ਉਹਨਾਂ ਦੀ ਮੌਜ ਹੈ ਸੰਸਾਰ 'ਚ ਆਉਣ, ਉਹਨਾਂ ਦੀ ਮੌਜ ਹੈ ਜਾਣ। ਗੁਰਮੁਖ ਆਪਣੀ ਮੌਜ ਵਿੱਚ ਹੀ ਆਉਂਦੇ ਨੇ। ਗੁਰਮੁਖ ਆਵੇ ਜਾਏ ਨਿਸੰਗ, ਉੱਥੇ ਕੋਈ ਜਨਮ ਮਰਨ ਦਾ ਬੰਧਨ ਨਹੀਂ ਹੈ, ਉਹ ਤਾਂ ਜਨ ਪਰਉਪਕਾਰੀ ਆਏ। ਸਤਿਗੁਰੂ ਕਹਿਣ ਲੱਗੇ ਇਹ ਜਿਹੜੇ ਸ਼ਹੀਦ ਸਿੰਘ ਅਸਵਾਰੀ ਸਭ ਰੀਤ ਕੀ ਆਰੋ ਬਿਹਾਰੇ, ਕਹਿੰਦੇ ਆਪਣੀ ਮਰਜ਼ੀ ਨਾਲ ਅਸਵਾਰੀ ਕਰਦੇ ਨੇ। ਜਿਵੇਂ ਅਸੀਂ ਚੰਗੀਆਂ ਗੱਡੀਆਂ ਕਾਰਾਂ ਦੇ ਸ਼ੌਕੀਨ ਆ ਨਾ, ਇਹਨਾਂ ਨੂੰ ਸਾਡੇ ਵਾਂਗੂ ਲੱਭਣੀਆਂ ਨਹੀਂ, ਤਾਂ ਮਨ ਪਾਉਂਦੀਆਂ ਅਸਵਾਰੀਆਂ ਕਰਦੇ ਹਨ। ਆਸਨ ਬਸਨ ਬਾਹਣ ਭਲੇ, ਜੇਤਕ ਇਹੋ ਲੈ ਹੈ। ਕਹਿੰਦੇ ਜਿਹੜੇ ਇਹਨਾਂ ਦੇ ਪਰਥਾਏ ਕੋਈ ਵਸਤਰ ਸਾਧਨ ਨੇ, ਕਹਿੰਦੇ ਉਹ ਸਭ ਭਲੇ ਨੇ। ਜੇ ਕੋਈ ਆਪਾਂ ਹੁਣ ਆ ਜਿਹੜਾ ਤੁਸੀਂ 40 ਰੋਜ਼ਾ ਆਪਾਂ ਸਮਾਗਮ ਕਰਨੇ ਆ, ਜਿਸ ਮੁਕਤੇ ਪਰਥਾਏ ਅੱਜ ਬੈਠੇ ਆ, ਉਹ ਸਾਡੀ ਹਾਜ਼ਰੀ ਮੰਨਦੇ ਨੇ ਪਏ, ਉਹਨਾਂ ਕੋਲੇ ਤਾਕਤ ਹੈ। ਕਹਿੰਦੇ ਇਹ ਜੋ ਵੀ ਅਸੀਂ ਉਹਨਾਂ ਪ੍ਰਥਾਏ ਭੇਟਾ ਕਰਾਂਗੇ ਨਾ, ਇੱਥੇ ਜ਼ਰੂਰੀ ਨਹੀਂ ਹੁੰਦੀ ਪਦਾਰਥ ਹੀ ਭੇਟਾ ਕਰੀਦੇ ਨੇ।
ਆ ਜਿਹੜਾ ਅਸੀਂ ਸਿਮਰਨ ਕਰਨੇ ਆ ਇਹ ਵੀ ਉਹਨਾਂ ਦੇ ਚਰਨਾਂ 'ਚ ਪਿਆਰ ਭੇਟਾ ਹੀ ਆ। ਜਿਹੜਾ ਅਸੀਂ ਬਹਿ ਕੇ ਸਤਸੰਗ ਕਰਨੇ ਆ ਇਹ ਵੀ ਉਹਨਾਂ ਦੇ ਚਰਨਾਂ 'ਚ ਭੇਟਾ ਹੀ ਹੈ। ਕਹਿੰਦੇ ਇਹ ਸਭ ਭੇਟਾਵਾਂ ਉਹ ਲੈਂਦੇ ਹਨ। ਸਬੈ ਮੁਹਾਬ ਸ਼ਹੀਦ ਗਣ ਜਿਮ ਕਿਮ ਕੋ ਦੇ ਹੈ। ਕਹਿੰਦੇ ਉਹਨਾਂ ਦੇ ਹੱਥ ਸਭ ਦਾਤਾਂ ਨੇ, ਜੋ ਕੋਈ ਭਾਵਨਾ ਕਰਕੇ ਉਹਨਾਂ ਤੋਂ ਮੰਗਦਾ ਸਭ ਉਹਨਾਂ ਨੂੰ ਦਿੰਦੇ ਨੇ। ਆ ਬੜੇ ਬੜੇ ਅੱਜ ਵੀ ਤੁਸੀਂ ਜਾਓ ਸ਼ਹੀਦਾਂ ਦੇ ਅਸਥਾਨ ਨੇ, ਸ਼ਹੀਦ ਗੰਜ ਅਸੀਂ ਦਰਸ਼ਨ ਕਰਨੇ ਆ, ਬਾਬਾ ਨੌਲ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਕਰਨੇ ਆ। ਅੰਮ੍ਰਿਤਸਰ ਸਾਹਿਬ ਏਰੀਏ 'ਚ ਕਾਫੀ ਇਹ ਅਸਥਾਨ ਨੇ। ਕਹਿੰਦੇ ਜੋ ਕੋਈ ਭਾਵਨਾ ਨਾਲ ਉੱਥੋਂ ਜਾ ਕੇ ਮੰਗਦਾ ਹੈ। ਅੱਜ ਬਾਬਿਆਂ ਦੀ ਥਾਂ ਤੇ ਜਾਈਏ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ, ਅੱਜ ਵੀ ਕੋਈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਜਦੋਂ ਬਾਬਿਆਂ ਦੇ ਚਰਨਾਂ 'ਚ ਨਤਮਸਤਕ ਹੁੰਦਾ, ਅੱਜ ਤੱਕ ਕੋਈ ਖਾਲੀ ਝੋਲੀ ਲੈ ਕੇ ਨਹੀਂ ਮੁੜਿਆ। ਜੇ ਕੋਈ ਉੱਥੇ ਝੋਲੀ ਅੱਡ ਕੇ ਜਾਂਦਾ ਹੈ ਨਾ, ਤੇ ਸੱਚ ਜਾਣਿਆ ਜੀ ਅੱਜ ਤੱਕ ਕੋਈ ਖਾਲੀ ਮੁੜ ਕੇ ਨਹੀਂ ਆਇਆ। ਅੱਜ ਵੀ ਉੱਥੇ ਪ੍ਰਤੱਖ ਹੀ ਹੈ। ਇਹ ਤਾਂ ਸਾਡੀ ਬਦਕਿਸਮਤੀ ਕਹਿ ਲਓ, ਅਸੀਂ ਉੱਥੇ ਨਹੀਂ ਜਾਵਾਂਗੇ। ਹੋਰ ਪਤਾ ਨਹੀਂ ਕਿੰਨੇ ਅਸੀਂ ਬਾਬੇ ਤੇ ਮੜੀਆਂ ਅਸੀਂ ਲੱਭ ਲਈਆਂ। ਜਿਹੜੀ ਥਾਂ ਜਾਣ ਵਾਲੀ ਸੀ ਉੱਥੇ ਅਸੀਂ ਨਹੀਂ ਜਾਂਦੇ। बस हिंद में एक तीर्थ है यात्रा के लिए, जहां बाप ने कटाए बेटे खुदा के लिए। अज कदी उस थां ते जाके वेखो। गुरु गोबिंद सिंह महाराज अपने प्यारे प्यारे भाई दया सिंह जी, प्यारे भाई धर्म सिंह जी, प्यारे भाई हिम्मत सिंह जी इन्हां नूं दस रहे ने, कहन लगे जिहड़े शहीद ने ना, इन्हां कोल कोई भावना नाल दात मंगे झोली भर दे खान। सब दीपक सब खंड को सब सैलन सैला। कहन लगे इन्हां दा जिहड़ा राज है, इन्हां दी जिहड़ी सीमा है, ਇਹ ਸਭ ਦੀਪਾਂ ਲੋਆਂ ਖੰਡਾਂ ਤੱਕ ਹੈ। ਸਾਗਰ ਸਲਤਾ ਪਰ ਫਿਰੈ ਭੁੱਲ ਹੈ ਨਹਿ ਪਹਿਲਾ। ਕਹਿੰਦੇ ਜਿੰਨੇ ਵੀ ਸਾਗਰ ਅਤੇ ਨਦੀਆਂ ਨੇ, ਇਹਨਾਂ ਦੇ ਉੱਤੇ ਸਭ ਤੇ ਇਹਨਾਂ ਦਾ ਹੁਕਮ ਚੱਲਦਾ। ਅਵਲੋਕੈ ਸਭ ਥਲ ਵਿਚਰ ਮਾਇਆ ਜੋ ਤਮਾਸ਼ਾ। ਕਹਿੰਦੇ ਸਭ ਸਥਾਨਾਂ ਤੇ ਇਹ ਵਿਚਰਦੇ ਨੇ ਤੇ ਜਗਤ ਦਾ ਤਮਾਸ਼ਾ ਵੇਖਦੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਨਾ, ਵੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਇਹ ਵੀ ਮੌਤ 'ਚ ਆਪ ਸਾਰਾ ਤਮਾਸ਼ਾ ਹੀ ਵੇਖਦੇ ਨੇ। ਇੰਜ ਮੇਰੇ ਸਤਿਗੁਰੂ ਭਾਈ ਪਿਆਰੇ ਭਾਈ ਦਇਆ ਸਿੰਘ ਜੀ ਹੋਰਾਂ ਨੂੰ, ਇਹ ਪਿਆਰੇ ਸਹਿਬਾਨਾਂ ਨੂੰ ਸਤਿਗੁਰੂ ਸਮਝਾ ਰਹੇ ਨੇ, ਦੱਸ ਰਹੇ ਨੇ। ਜਿਵੇਂ ਇਸ ਤੋਂ ਅੱਗੇ ਪ੍ਰਸੰਗ ਹੈ, ਕੱਲ ਦੇ ਦੀਵਾਨ 'ਚ ਵਿਚਾਰਾਂਗੇ। ਆਓ ਸਾਰੇ ਗੁਰੂ ਚਰਨਾਂ 'ਚ ਇੱਕ ਅਰਦਾਸ ਆਪਾਂ ਜੋ ਗੁਰੂ ਸਾਹਿਬ ਦੇ ਬਚਨ ਨੇ ਉਹ ਕਰਕੇ ਸਮਾਪਤੀ ਕਰੀਏ। ਤੇ